ਕਰਦੇ ਹਾਂ। ਨੌਜਵਾਨੀ ਨੂੰ ਖੋਹਿਆ ਗਿਆ ਤੇ ਖੇਤਾਂ ਦੇ ਉੱਪਰ ਫੇਰ ਹਮਲਾ ਹੋ ਗਿਆ, ਇਸ ਨੂੰ ਕਿਵੇਂ ਦੇਖਦੇ ਹੋ? ਨੌਜਵਾਨ ਪਹਿਲਾਂ ਸੰਘਰਸ਼ਾਂ ਤੋਂ ਪਾਸੇ ਸੀ, ਹੁਣ ਨੌਜਵਾਨ ਸੰਘਰਸ਼ਾਂ ਦੇ ਵਿੱਚ ਆ ਕੇ ਜਿਹੜਾ ਸਾਡੇ ਬਾਪੂਆਂ ਦੇ ਨਾਲ ਡੰਡਿਆਂ ਦੇ ਵਿੱਚ ਝੰਡੇ ਪਾ ਕੇ ਬੈਠਾ ਹੈ ਤੇ ਸਰਕਾਰਾਂ ਨੂੰ ਫਿਕਰ ਪਿਆ ਹੋਇਆ ਕਿ ਸਾਡਾ ਤਖਤ ਆ ਜਿਹੜਾ ਉਹ ਹਿੱਲਣਾ। ਕੁਝ ਕੁ ਨੌਜਵਾਨ ਉਹ ਵੀ ਨੇ ਜਿਹੜੇ ਨੌਜਵਾਨ ਸਿਆਸੀ ਰੈਲੀਆਂ ਦੇ ਵਿੱਚ ਜਾਂਦੇ ਨੇ, ਸਿਆਸੀ ਰੈਲੀਆਂ ਦੇ ਵਿੱਚ ਉਹਨਾਂ ਦੇ ਪਿੱਠੂ ਬਣ ਕੇ ਖੜਦੇ ਨੇ ਵੀ ਇਹਨਾਂ ਤੋਂ ਬਿਨਾਂ ਤਾਂ ਸਾਡਾ ਕੋਈ ਹੋਰ ਹੈ ਨਹੀਂ। ਜੇਕਰ ਘਰੋਂ ਪਿਓ ਕਹਿੰਦਾ ਵੀ ਕੱਖ ਵੱਢ ਲਾ ਤਾਂ ਉਹਦੇ ਪਿਓ ਨੂੰ ਵੀ ਇੱਕ ਵਾਰ ਗਾਲ ਕੱਢ ਦਿੰਦੇ ਨੇ। ਵੋਟਾਂ ਨੇ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ ਕਤਾਰ। 70-75 ਸਾਲ ਹੋ ਗਏ ਸਾਡੇ ਪਿਓ ਦਾਦਿਆਂ ਨੂੰ ਵੋਟਾਂ ਪਾਉਂਦਿਆਂ ਨੂੰ, ਅੱਜ ਆਹ ਸਮਾਂ ਨਾ ਦੇਖਣਾ ਪੈਂਦਾ। ਸਾਡੇ ਲੋਕ ਆ ਜਿਹੜੇ ਉਹ ਪਹਿਲਾਂ ਜੁੱਤੀਆਂ ਤੜਾਉਂਦੇ ਰਹੇ ਉਹਨਾਂ ਪੋਲੀਟੀਕਲ ਪਾਰਟੀਆਂ ਦੇ ਨਾਲ, ਤੇ ਫਿਰ ਉਹੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਸਦਕਾ ਹੀ ਆ ਜਿਹੜੇ ਕਾਲੇ ਕਾਨੂੰਨ ਆਏ ਨੇ ਉਹਨਾਂ ਦੀ ਰਲੀ ਮਿਲੀ ਭੁਗਤ ਨਾਲ ਹੀ ਇਹ ਡਰਾਫਟ ਬਣੇ ਨੇ ਸਾਡੇ ਖੇਤਾਂ ਨੂੰ ਖੋਣ ਵਾਸਤੇ। ਦੇਖੋ ਕੇਂਦਰ ਸਰਕਾਰ ਨੂੰ ਇਹ ਲੱਗਦਾ ਕਿ ਲੋਕ ਅੱਕ ਜਾਣਗੇ, ਥੱਕ ਜਾਣਗੇ, ਜੇ ਇਹਨਾਂ ਦੇ ਉੱਪਰ ਗੱਡੀਆਂ ਚੜਾਈਆਂ ਗਈਆਂ ਤਾਂ ਇਹਨਾਂ ਦੇ ਮਨਾਂ 'ਚ ਦਹਿਸ਼ਤ ਪੈ ਜੂਗੀ। ਪਰ ਅਸੀਂ ਉਸ ਕੌਮ ਦੇ ਵਾਰਸਾਂ ਜਿਹੜੀਆਂ ਹੋਂਦ ਪਿੱਛੇ ਆਪਦੇ ਧੀਆਂ ਪੁੱਤ ਵਾਰਦੇ ਆਏ ਨੇ। ਸਾਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰਤਾ, ਆਪਣਾ ਪਰਿਵਾਰ ਵਾਰਤਾ। ਜਿਹੜੀਆਂ ਕੌਮਾਂ ਆਪਣਾ ਇਤਿਹਾਸ ਜਾਣਦੀਆਂ, ਜਿਹੜੀਆਂ ਕੌਮਾਂ ਆਪਣਾ ਵਿਰਸਾ ਜਾਣਦੀਆਂ, ਵਿਰਾਸਤ ਨੂੰ ਜਾਣਦੀਆਂ, ਉਹੀ ਕੌਮਾਂ ਦੁਬਾਰੇ ਇਤਿਹਾਸ ਸਿਰਜਦੀਆਂ। ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਾਂ ਤਕਦੀਰ ਬਦਲਦੀ ਕੌਮਾਂ ਦੀ, ਇਹ ਅਕਸਰ ਹੀ ਸੁਣਿਆ ਜਾਂਦਾ ਤੇ ਅਕਸਰ ਹੀ ਕਿਹਾ ਜਾਂਦਾ। ਜੇਕਰ ਕਿਸੇ ਵੀ ਕੌਮ ਦਾ ਕੋਈ ਵੀ ਸ਼ਹੀਦ ਹੁੰਦਾ ਤਾਂ ਢਾਡੀ ਵਾਰਾਂ ਅਸੀਂ ਸੁਣਦੇ ਹਾਂ, ਤਾਂ ਢਾਡੀ ਵਾਰਾਂ ਅਕਸਰ ਹੀ ਸਟਾਰਟਿੰਗ ਦੇ ਵਿੱਚ ਅਜਿਹੀਆਂ ਤੁਕਾਂ ਗਾਉਂਦੀਆਂ ਨਜ਼ਰ ਆਉਂਦੀਆਂ ਨੇ। ਤਾਂ ਸਾਡੇ ਨਾਲ ਇਸ ਵਕਤ ਅਮਨ ਧੂਰਕੋਟ ਤੋਂ ਨੇ, ਨੌਜਵਾਨ ਆ, ਕੁੜੀ ਆ ਗਈ। ਗੱਲਬਾਤ ਕਰਾਂਗੇ ਅਸੀਂ ਕਿ ਜਿਹੜਾ ਕਿਸਾਨੀ ਸੰਘਰਸ਼ ਆ, ਕਿਸਾਨੀ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਨੇ। ਅਮਨ ਧੂਰਕੋਟ, ਅਮਨ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ। ਧੰਨਵਾਦ ਵੀਰੇ। ਜੇ ਗੱਲ ਕਰੀਏ ਤਾਂ ਇਸ ਸੰਘਰਸ਼ ਨੂੰ, ਇਸ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਸੀਂ ਨੌਜਵਾਨ ਹੋ, ਇੱਕ ਨੌਜਵਾਨ ਕੁੜੀ ਹੋ। ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਇਹ ਸਾਡੀ ਹੋਂਦ ਦੀ ਲੜਾਈ ਆ। ਸਾਡੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਕੇਂਦਰ ਸਰਕਾਰ ਦੇ ਨਾਲ ਆਡਾ ਲਾਇਆ ਹੋਇਆ। ਸੰਘਰਸ਼ਾਂ ਦੇ ਵਿੱਚ ਪਹਿਲਾਂ ਨੌਜਵਾਨ ਨਹੀਂ ਆਉਂਦੇ ਸੀਗੇ, ਉਹ ਹੁਣ ਨੌਜਵਾਨਾਂ ਨੂੰ ਸਮਝ ਆਈ ਹੈ ਕਿ ਸਾਡੀਆਂ ਸਰਦਾਰੀਆਂ, ਸਾਡੀ ਹੋਂਦ, ਸਾਡਾ ਜਿਹੜਾ ਇਤਿਹਾਸ ਹੈ ਉਹ ਇਹਨਾਂ ਜ਼ਮੀਨਾਂ ਦੇ ਨਾਲ ਜੁੜਿਆ ਹੋਇਆ। ਇਸ ਕਰਕੇ ਇਹਨਾਂ ਸੰਘਰਸ਼ਾਂ ਦੇ ਵਿੱਚ ਵੱਡੀ ਪੱਧਰ ਤੇ ਨੌਜਵਾਨ ਆ ਰਹੇ ਨੇ, ਔਰਤਾਂ ਆ ਰਹੀਆਂ ਨੇ, ਕਿਉਂਕਿ ਸਾਡੇ ਮਨਾਂ ਦੇ ਵਿੱਚ ਸਾਡੇ ਜਿਹੜੀ ਪੋਲੀਟੀਕਲ ਪਾਰਟੀਆਂ ਦੇ ਖਿਲਾਫ ਬਹੁਤ ਨਫ਼ਰਤ ਹੈ, ਕਿਉਂਕਿ ਉਹ ਸਾਡੇ ਖੇਤ ਆ ਜਿਹੜੇ ਉਹ ਖੋਹ ਰਹੇ ਨੇ। ਗੱਲ ਕਰੀਏ ਤਾਂ ਖੇਤਾਂ ਦੀ ਗੱਲ ਬਾਅਦ ਚੋਂ ਕਰਾਂਗੇ, ਪਹਿਲਾਂ ਨੌਜਵਾਨੀ ਦੀ ਗੱਲ ਕਰਦੇ ਹਾਂ। ਨੌਜਵਾਨੀ ਨੂੰ ਖੋਹਿਆ ਗਿਆ ਤੇ ਖੇਤਾਂ ਦੇ ਉੱਪਰ ਫੇਰ ਹਮਲਾ ਹੋ ਗਿਆ, ਇਸ ਨੂੰ ਕਿਵੇਂ ਦੇਖਦੇ ਹੋ? ਬਿਲਕੁਲ, ਇਹ ਸਾਰਾ ਅੰਡਰ ਪਲੈਨਿੰਗ ਚੱਲਦਾ, ਕਿਉਂਕਿ ਨੌਜਵਾਨਾਂ ਦੇ ਵਿੱਚ ਜੋਸ਼ ਹੁੰਦਾ ਹੈ ਤੇ ਸਰਕਾਰਾਂ ਨੂੰ ਇਹ ਲੱਗਦਾ ਹੁੰਦਾ ਕਿ ਜੇ ਨੌਜਵਾਨੀ ਨੂੰ ਪਾਸੇ ਧੱਕਿਆ ਜਾਵੇ, ਕਿਸਾਨੀ ਸੰਘਰਸ਼ ਤੋਂ ਪਾਸੇ ਲੈ ਕੇ ਜਾਇਆ ਜਾਵੇ, ਤਾਂ ਜਿਹੜੇ ਹੋਂਦ ਵਾਲੇ ਸੰਘਰਸ਼ ਆ ਇਹ ਕਿਤੇ ਪਿੱਛੇ ਰਹਿ ਜਾਣਗੇ। ਪਰ ਇਹ ਸਰਕਾਰਾਂ ਦਾ ਭੁਲੇਖਾ ਹੈ, ਕਿਉਂਕਿ ਨੌਜਵਾਨ ਪਹਿਲਾਂ ਸੰਘਰਸ਼ਾਂ ਤੋਂ ਪਾਸੇ ਸੀ, ਹੁਣ ਨੌਜਵਾਨ ਸੰਘਰਸ਼ਾਂ ਦੇ ਵਿੱਚ ਆ ਕੇ ਜਿਹੜਾ ਸਾਡੇ ਬਾਪੂਆਂ ਦੇ ਨਾਲ ਡੰਡਿਆਂ ਦੇ ਵਿੱਚ ਝੰਡੇ ਪਾ ਕੇ ਬੈਠਾ ਹੈ ਤੇ ਸਰਕਾਰਾਂ ਨੂੰ ਫਿਕਰ ਪਿਆ ਹੋਇਆ ਕਿ ਸਾਡਾ ਤਖਤ ਆ ਜਿਹੜਾ ਉਹ ਹਿੱਲਣਾ। ਤਖਤ ਦੀ ਗੱਲ ਕਰੀ ਹੈਗੀ, ਕੁਝ ਕੁ ਨੌਜਵਾਨ ਉਹ ਵੀ ਨੇ ਜਿਹੜੇ ਨੌਜਵਾਨ ਸਿਆਸੀ ਰੈਲੀਆਂ ਦੇ ਵਿੱਚ ਜਾਂਦੇ ਨੇ, ਸਿਆਸੀ ਰੈਲੀਆਂ ਦੇ ਵਿੱਚ ਉਹਨਾਂ ਦੇ ਪਿੱਠੂ ਬਣ ਕੇ ਖੜਦੇ ਨੇ ਵੀ ਇਹਨਾਂ ਤੋਂ ਬਿਨਾਂ ਤਾਂ ਸਾਡਾ ਕੋਈ ਹੋਰ ਹੈ ਨਹੀਂ। ਜੇਕਰ ਘਰੋਂ ਪਿਓ ਕਹਿੰਦਾ ਵੀ ਕੱਖ ਵੱਢ ਲਾ ਤਾਂ ਉਹਦੇ ਪਿਓ ਨੂੰ ਵੀ ਇੱਕ ਵਾਰ ਗਾਲ ਕੱਢ ਦਿੰਦੇ ਨੇ। ਵੋਟਾਂ ਨੇ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ ਕਤਾਰ। 70-75 ਸਾਲ ਹੋ ਗਏ ਸਾਡੇ ਪਿਓ ਦਾਦਿਆਂ ਨੂੰ ਵੋਟਾਂ ਪਾਉਂਦਿਆਂ ਨੂੰ, ਅੱਜ ਆਹ ਸਮਾਂ ਨਾ ਦੇਖਣਾ ਪੈਂਦਾ ਜੇ ਸਾਡੇ ਲੋਕ ਉਹਨਾਂ ਵੋਟ ਪਾਰਟੀਆਂ ਤੋਂ ਪਿੱਛੇ ਨਾ ਜਾਂਦੇ, ਕਿਉਂਕਿ ਸਾਡੇ ਲੋਕ ਆ ਜਿਹੜੇ ਉਹ ਪਹਿਲਾਂ ਜੁੱਤੀਆਂ ਤੜਾਉਂਦੇ ਰਹੇ ਉਹਨਾਂ ਪੋਲੀਟੀਕਲ ਪਾਰਟੀਆਂ ਦੇ ਨਾਲ, ਤੇ ਫਿਰ ਉਹੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਸਦਕਾ ਹੀ ਆ ਜਿਹੜੇ ਕਾਲੇ ਕਾਨੂੰਨ ਆਏ ਨੇ ਉਹਨਾਂ ਦੀ ਰਲੀ ਮਿਲੀ ਭੁਗਤ ਨਾਲ ਹੀ ਇਹ ਡਰਾਫਟ ਬਣੇ ਨੇ ਸਾਡੇ ਖੇਤਾਂ ਨੂੰ ਖੋਣ ਵਾਸਤੇ। ਕਾਨੂੰਨਾਂ ਦੀ ਗੱਲ ਕਰੀਏ ਤਾਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਨੂੰ 10.5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ। 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਤੇ ਹੁਣ ਨਵੀਂ ਘਟਨਾ ਲਖੀਮਪੁਰ ਖੀਰੀ ਦੀ ਵਾਪਰਦੀ ਹੈ, ਜਿੱਥੇ ਗੱਡੀ ਦੇ ਨਾਲ ਕੁਚਲ ਦਿੱਤਾ ਜਾਂਦਾ। ਉਸ ਘਟਨਾ ਨੂੰ ਕੀ ਕਹੋਗੇ ਫਿਰ? ਦੇਖੋ ਕੇਂਦਰ ਸਰਕਾਰ ਨੂੰ ਇਹ ਲੱਗਦਾ ਕਿ ਲੋਕ ਅੱਕ ਜਾਣਗੇ, ਥੱਕ ਜਾਣਗੇ, ਜੇ ਇਹਨਾਂ ਦੇ ਉੱਪਰ ਗੱਡੀਆਂ ਚੜਾਈਆਂ ਗਈਆਂ ਤਾਂ ਇਹਨਾਂ ਦੇ ਮਨਾਂ 'ਚ ਦਹਿਸ਼ਤ ਪੈ ਜੂਗੀ। ਪਰ ਅਸੀਂ ਉਸ ਕੌਮ ਦੇ ਵਾਰਸਾਂ ਜਿਹੜੀਆਂ ਹੋਂਦ ਪਿੱਛੇ ਆਪਦੇ ਧੀਆਂ ਪੁੱਤ ਵਾਰਦੇ ਆਏ ਨੇ। ਸਾਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰਤਾ, ਆਪਣਾ ਪਰਿਵਾਰ ਵਾਰਤਾ, ਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਕੰਡਿਆਂ ਦੀ ਛੇਜ ਵਿਛਾ ਕੇ। ਸੋ ਇਸ ਕਰਕੇ ਸਾਡਾ ਇਤਿਹਾਸ ਬੋਲਦਾ, ਜਿਹੜੀਆਂ ਕੌਮਾਂ ਆਪਣਾ ਇਤਿਹਾਸ ਜਾਣਦੀਆਂ, ਜਿਹੜੀਆਂ ਕੌਮਾਂ ਆਪਣਾ ਵਿਰਸਾ ਜਾਣਦੀਆਂ, ਵਿਰਾਸਤ ਨੂੰ ਜਾਣਦੀਆਂ, ਉਹੀ ਕੌਮਾਂ ਦੁਬਾਰੇ ਇਤਿਹਾਸ ਸਿਰਜਦੀਆਂ। ਕੌਮ ਦੀ ਗੱਲ ਕਰੀਏ, ਵਿਰਸੇ ਦੀ ਗੱਲ ਕਰੀਏ ਤਾਂ ਜੇ ਗੱਲ ਕਰੀਏ ਤਾਂ ਅੱਜ ਕੱਲ੍ਹ ਕੋਈ ਪੜ੍ਹਨ ਨੂੰ ਤਿਆਰ ਨਹੀਂ ਹੈਗਾ। ਉਹ ਕਹਿ ਰਿਹਾ ਵੀ ਮੈਂ +2 ਕਰਨੀ ਆ, ਆਈਲੈਟਸ ਕਰਨੀ ਆ, ਬਾਹਰ ਜਾਣਾਗਾ। ਜੇਕਰ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ 10 ਸਾਲ ਪਹਿਲਾਂ ਅਗਲਾ ਕਹਿੰਦਾ ਸੀ ਕਿ ਮੈਂ ਪੜ੍ਹਨਾ ਤਾਂ ਮੈਂ DC ਲੱਗਣਾ, ਮੈਂ ਅਫਸਰ ਲੱਗਣਾ। ਕੋਈ ਇਹ ਕਿਉਂ ਰੁਝਾਨ ਆ ਜਿਹੜਾ ਘਟਦਾ ਜਾ ਰਿਹਾ ਪੰਜਾਬ 'ਚੋਂ?
ਐਕਚੁਅਲੀ ਇਹ ਸਰਕਾਰਾਂ ਦੀ ਨਲਾਇਕੀ ਹੈ। ਜੇ ਸਰਕਾਰ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਮੁਹੱਈਆ ਕਰਵਾਵੇ ਤਾਂ ਕਿਸੇ ਵੀ ਧੀ ਪੁੱਤ ਦਾ ਬਾਹਰ ਜਾਣ ਨੂੰ, ਬਗਾਨੇ ਦੇਸ਼ਾਂ 'ਚ ਰਹਿਣ ਨੂੰ ਜੀ ਨਹੀਂ ਕਰਦਾ ਹੈਗਾ ਆਪਦੇ ਮਾਪਿਆਂ ਤੋਂ ਦੂਰ ਹੋਣ ਵਾਸਤੇ। ਸਰਕਾਰਾਂ ਇੱਥੇ ਨੌਕਰੀ ਨਹੀਂ ਦਿੰਦੀਆਂ ਹੈਗੀਆਂ, ਬੇਰੁਜ਼ਗਾਰੀ ਵੱਡੀ ਪੱਧਰ ਤੇ ਆ ਤੇ ਨਸ਼ਾ ਪਰੋਸਿਆ ਜਾ ਰਿਹਾ। ਜਿਹੜੇ ਕੈਪਟਨ ਕਹਿੰਦਾ ਸੀਗਾ 2017 ਦੀਆਂ ਵਿਧਾਨ ਸਭਾ ਦੇ ਚੋਣਾਂ ਵੇਲੇ ਕਿ 4 ਹਫ਼ਤਿਆਂ 'ਚ ਨਸ਼ਾ ਬੰਦ ਕਰ ਦੂੰ, ਨਸ਼ੇ ਦਾ ਲੱਕ ਤੋੜ ਕੇ ਰੱਖ ਦੂੰ, ਪਰ ਨਸ਼ੇ ਦਾ ਲੱਕ ਨਹੀਂ ਟੁੱਟਿਆ। ਨਸ਼ੇ ਨੇ ਨੌਜਵਾਨੀ ਦਾ ਲੱਕ ਤੋੜਿਆ, ਉਹਨਾਂ ਬੁੱਢੇ ਮਾਂ-ਬਾਪ ਦਾ ਲੱਕ ਟੁੱਟਿਆ ਜਿਨ੍ਹਾਂ ਨੇ ਆਪਦੇ ਮੋਢਿਆਂ ਤੇ ਆਪਦੇ ਧੀਆਂ ਪੁੱਤਾਂ ਦੀਆਂ ਲਾਸ਼ਾਂ ਚੱਕੀਆਂ ਨਸ਼ੇ ਦੇ ਕਰਕੇ। ਇਸ ਕਰਕੇ ਸਰਕਾਰਾਂ ਦੀ ਨਲਾਇਕੀ ਕਰਕੇ ਜਿਹੜੇ ਸਾਡੇ ਨੌਜਵਾਨ ਆ ਉਹ ਬਾਹਰ ਨੂੰ ਮੂਵ ਆਨ ਹੋ ਰਿਹਾ। ਨਵੀਂ ਸਰਕਾਰ ਬਣ ਗਈ ਆ, ਹੁਣ 3 ਮਹੀਨੇ ਰਹਿ ਗਿਆ 2022 ਚ, ਪਰ ਸਰਕਾਰ ਆ ਜਿਹੜਾ ਮੁੱਖ ਮੰਤਰੀ ਆ ਉਹ ਚੇਂਜ ਕਰ ਦਿੱਤਾ ਗਿਆ। ਕੀ ਉਮੀਦ ਹੈਗੀ ਆ ਉਸ ਮੁੱਖ ਮੰਤਰੀ ਤੋਂ ਵੀ ਕੁਛ ਨਾ ਕੁਛ ਪੱਲੇ ਪਊਗਾ? ਲੋਕਾਂ ਦੀ ਜੂਨ ਸੁਧਾਰਨ ਵਾਸਤੇ ਚਿਹਰੇ ਨਹੀਂ ਬਦਲਣੇ ਚਾਹੀਦੇ, ਨੇਤਾ ਨਹੀਂ ਬਦਲਣੇ ਚਾਹੀਦੇ, ਨੀਤੀਆਂ ਬਦਲੋ। ਬਾਦਲ ਕੀ ਸਰਕਾਰ ਆਉਂਦੀ ਹੈ, ਕਦੇ ਕੈਪਟਨ ਕੀ ਸਰਕਾਰ ਆਉਂਦੀ ਹੈ। ਹੁਣ ਕੈਪਟਨ ਕਿਆ ਨੇ ਕੈਬਨਿਟ ਚੇਂਜ ਕੀਤੀ ਆ, ਮੁੱਖ ਮੰਤਰੀ ਦਾ ਚਿਹਰਾ ਬਦਲਿਆ। ਸਾਨੂੰ ਪਤਾ ਹੈ ਕਿ ਜੇ ਪਿਛਲੇ ਪੌਣੇ 5 ਸਾਲਾਂ ਤੋਂ ਕੈਪਟਨ ਸਰਕਾਰ ਨੇ ਵਾਅਦੇ ਪੂਰੇ ਨਹੀਂ ਕਰਨੇ ਹੈਗੇ, ਚੰਨੀ ਨੇ ਵੀ ਨਹੀਂ ਕੁਝ ਕਰਨਾ, ਕਿਉਂਕਿ ਨਰਮਾ ਜਿਹੜਾ ਇੰਨਾ ਖਰਾਬ ਹੋਇਆ, ਟਿੰਡੇ ਦੇ ਵਿੱਚੋਂ ਗੁਲਾਬੀ ਸੁੰਡੀ ਪੈਦਾ ਹੋਈ ਆ ਤੇ ਉਹਨਾਂ ਕਿਸਾਨਾਂ ਨੇ ਆਪਦੀਆਂ ਪੁੱਤਾਂ ਵਰਗੀਆਂ ਪਾਲੀਆਂ ਹੋਈਆਂ ਖੇਤਾਂ ਦੇ ਵਿੱਚ ਖੜੀਆਂ ਫਸਲਾਂ ਨੂੰ ਵਾਹਿਆ ਤੇ ਆ ਹਾਲਾਤ ਬਣ ਗਏ ਕਿ ਖੁਦਕੁਸ਼ੀਆਂ ਕਰਨ ਲਈ ਕਿਸਾਨ ਮਜਬੂਰ ਹੈ। ਤੇ ਉਹਨਾਂ ਲੀਡਰਾਂ ਨੂੰ ਚਾਹੀਦਾ ਕਿ ਅਸੀਂ ਬਿਆਨਬਾਜ਼ੀ ਕਰਨ ਦੀ ਬਜਾਏ ਗਰਾਊਂਡ ਲੈਵਲ ਤੇ ਆ ਕੇ ਉਹਨਾਂ ਕਿਸਾਨਾਂ ਦਾ ਦਰਦ ਸੁਣੀਏ ਤੇ ਦਰਦ ਸੁਣਨ ਦੇ ਨਾਲ ਨਾਲ ਨਰਮੇ ਦਾ ਮੁਆਵਜ਼ਾ ਦਈਏ। ਐਲਾਨ ਕਰੇ, ਮੁੱਖ ਮੰਤਰੀ ਕਹਿੰਦਾ ਨਾ ਵੀ ਕਿਸਾਨਾਂ ਦਾ ਹਿਤੈਸ਼ੀਆਂ, ਐਲਾਨ ਕਰੇ। ਕੱਲੇ ਖੇਤਾਂ ਦੇ ਵਿੱਚ ਤਾਂ ਬਾਈ ਜੀ ਆਪਣੇ ਵਰਗੇ ਆਮ ਲੋਕ ਵੀ ਇੱਕ ਦੂਜੇ ਦਾ ਦੁੱਖ ਵੰਡਾ ਲੈਂਦੇ ਨੇ, ਪਰ ਉਹਨਾਂ ਕੋਲੇ ਖਜ਼ਾਨਾ ਭਰਿਆ ਹੋਇਆ, ਉਹਨਾਂ ਕੋਲੇ ਪਾਵਰ ਆ, ਉਹ ਕਿਸਾਨਾਂ ਦਾ ਕਰਜ਼ਾ ਮਾਫ ਕਰਨ। ਇਸ ਏਜੰਡੇ ਦੇ ਨਾਲ ਕੈਪਟਨ ਸਰਕਾਰ ਆਈ ਸੀਗੀ, ਮਾਫ ਕਰਨ ਸਿੱਧੇ ਹੋ ਕੇ। ਤੁਸੀਂ ਏਜੰਡੇ ਦੀ ਗੱਲ ਕਰੀ ਆ, ਕੈਪਟਨ ਸਰਕਾਰ ਦੀ ਗੱਲ ਕਰੀ ਆ, ਪਰ ਜੇਕਰ ਹੁਣ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਸਵਾਲ ਕਰਾਂਗੇ ਤਾਂ ਉਹ ਆਖਣਗੇ ਉਹਦਾ ਕੈਪਟਨ ਨੇ ਵਾਅਦੇ ਕਰੇ ਸੀ, ਅਸੀਂ ਥੋੜਾ ਨਾ ਕਰੇ ਆ। ਕਾਂਗਰਸ ਦੀ ਸਰਕਾਰ ਆ ਨਾ, ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਲੋਕਾਂ ਦੇ ਨਾਲ ਵਾਅਦਾ ਖਿਲਾਫੀ ਕਰਦੀ ਆਈ ਆ। ਇਹਦੇ ਨਾਲ ਬਾਦਲ ਕਾ ਵੀ ਉਹੀ ਹਾਲ ਹੈ। ਦੋਨਾਂ ਪਾਰਟੀਆਂ ਦੇ ਵੇਲੇ ਜੋ ਮਾਫੀਏ ਚੱਲਦੇ ਸੀਗੇ, ਉਹ ਮਾਫੀਏ ਨੂੰ ਜੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਰੱਖ ਕੇ ਲੋਕਾਂ ਦੇ ਵੱਲ ਖਜ਼ਾਨੇ ਦਾ ਮੂੰਹ ਖੋਲ੍ਹਿਆ ਜਾਂਦਾ ਤਾਂ ਲੋਕਾਂ ਦੀ ਗਰੀਬੀ ਦੂਰ ਹੋ ਸਕਦੀ ਸੀ, ਕਿਸਾਨਾਂ ਦਾ ਕਰਜ਼ਾ ਮਾਫ ਹੋ ਸਕਦਾ ਸੀ। ਪਰ ਇਹ ਖਜ਼ਾਨਾ ਅਬਾਨੀ ਤੇ ਅਡਾਨੀ ਵਰਗਿਆਂ ਵੱਲ ਖੋਲ੍ਹਿਆ ਹੋਇਆ। ਪਿਛਲੇ ਸਮੇਂ 'ਚ ਕੇਂਦਰ ਸਰਕਾਰ ਨੇ ਜਿਹੜਾ 14 ਸਾਲਾਂ ਦੇ ਵਿੱਚ 55 ਲੱਖ ਕਰੋੜ ਰੁਪਈਆ ਮਾਫ ਕੀਤਾ, ਕਿਉਂਕਿ ਇਹਨਾਂ ਦੇ ਸਲਾਹਕਾਰ ਮੰਨਦੇ ਆ ਵੀ ਕਾਰਪੋਰੇਟਾਂ ਦਾ ਕਰਜ਼ਾ ਮਾਫ ਕਰਨ ਦੇ ਨਾਲ ਆਰਥਿਕ ਸਥਿਤੀ ਹੈ ਜਿਹੜੀ ਉਹ ਅੱਪ ਹੁੰਦੀ ਆ। ਪਰ ਇਹ ਬੇਸ਼ਰਮੀ ਵਾਲੀ ਗੱਲ ਹੈ ਕਿ ਕੈਪਟਨ ਸਰਕਾਰ ਤੇ ਬਾਦਲ ਕੇ ਸਾਰੀਆਂ ਵੋਟ ਪਾਰਟੀਆਂ ਆਪਦੇ ਵਾਅਦਿਆਂ ਤੋਂ ਭੱਜਦੀਆਂ, ਲੋਕਾਂ ਦੇ ਨਾਲ ਵਾਅਦਾ ਖਿਲਾਫੀ ਕਰਦੀਆਂ। ਤਾਂ ਇਹਨਾਂ ਦੀ ਇੱਕ ਆ ਨਾ ਖਜ਼ਾਨੇ ਵਾਲੇ। ਜੇ ਖਜ਼ਾਨਾ ਮੰਤਰੀ ਦੀ ਗੱਲ ਕਰਾਂਗੇ, ਬਾਦਲ ਸਰਕਾਰ ਵੇਲੇ ਵੀ ਮਨਪ੍ਰੀਤ ਸੀਗਾ ਤੇ ਹੁਣ ਕਾਂਗਰਸ ਸਰਕਾਰ ਵੇਲੇ ਵੀ ਮਨਪ੍ਰੀਤ ਆ। ਉਹਨੂੰ ਗੱਲ ਕਰਦੇ ਤਾਂ ਉਹ ਕਹਿੰਦਾ ਖਜ਼ਾਨਾ ਖਾਲੀ ਆ, ਮੇਰੇ ਕੋਲ ਕੁਛ ਦੇਣ ਨੂੰ ਹੈ ਨਹੀਂਗਾ। ਜਦੋਂ ਐਮਪੀਆਂ ਨੂੰ ਐਡੇ ਭੱਤੇ ਦੇਣੇ ਹੁੰਦੇ ਆ, ਜਦੋਂ ਇਹਨਾਂ ਦੀਆਂ ਤਨਖਾਹਾਂ ਵਧਾਉਣੀਆਂ ਹੁੰਦੀਆਂ, ਸਿਹਤ ਇਲਾਜ ਸਾਰਾ ਕੁਝ ਫ੍ਰੀ ਆ। ਇਹਨਾਂ ਦੀਆਂ ਤਾਂ 2-2 4-4 5-5 ਤੱਕ ਪੈਨਸ਼ਨਾਂ ਚੱਲੀ ਜਾਂਦੀਆਂ ਰਹਿੰਦੀਆਂ, ਸਾਰਾ ਇਹਨਾਂ ਦਾ ਆਉਣ ਜਾਣ ਦਾ ਖਰਚਾ ਫ੍ਰੀ ਆ। ਇਹਨਾਂ ਦੇਸੀ ਭਾਸ਼ਾ 'ਚ ਕਹਿਣਾ ਹੋਵੇ ਜੇ ਅੱਗ ਲਾਈ ਨਹੀਂ ਲੱਗਦੀ ਇਹਨਾਂ ਦੇ। ਸਾਡੇ ਲੋਕ ਆ ਜਿਹੜੇ ਉਹ ਖੁਦਕੁਸ਼ੀਆਂ ਕਰੀ ਜਾਂਦੇ ਆ। ਉਦੋਂ ਇਹਨਾਂ ਦਾ ਜਦੋਂ ਇਹਨਾਂ ਦਾ ਸਾਰਾ ਕੁਝ ਮਾਫ ਕਰਨਾ ਹੁੰਦਾ, ਉਦੋਂ ਖਜ਼ਾਨੇ 'ਚ ਪੈਸੇ ਕਿੱਥੋਂ ਆਉਂਦੇ ਆ? ਜਿਹੜਾ ਮਾਫੀਆ ਉਹਨੂੰ ਸਰਕਾਰੀ ਖਜ਼ਾਨੇ ਦੇ ਵੱਲ ਲਾਇਆ ਜਾਵੇ। ਮਾਫੀਏ ਦੀ ਗੱਲ ਕਰੀਏ ਤਾਂ ਮਾਫੀਏ ਦੇ ਏਜੰਡੇ ਫੇਰ ਸਾਹਮਣੇ ਆਉਂਦੇ ਨਜ਼ਰ ਆ ਰਹੇ ਨੇ। 2022 ਨੂੰ ਕੀ ਕਹੋਗੇ ਫਿਰ? 2022 ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਕੀ ਕਹੋਗੇ ਵੀ ਕਿਹੜੇ ਮੁੱਦੇ ਹੋਣੇ ਚਾਹੀਦੇ ਪੰਜਾਬ ਦੀ ਜਵਾਨੀ ਲਈ, ਪੰਜਾਬ ਦੀ ਕਿਸਾਨੀ ਲਈ? ਮੁੱਦੇ ਤਾਂ ਬਿਲਕੁਲ ਹੀ ਸਿੰਪਲ ਆ ਕਿ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਕਿਸਾਨਾਂ ਦੇ ਕਰਜ਼ਿਆਂ ਤੇ ਲੀਕਾਂ ਮਾਰੀਆਂ ਜਾਣ, ਜਿਹੜਾ ਸਾਰਾ ਕੁਛ ਆਹ ਗੁੰਡਾ ਤੰਤਰ ਚਲਾਇਆ ਜਿਹੜਾ ਸਰਕਾਰਾਂ ਨੇ, ਇਹਨੂੰ ਖਤਮ ਕਰਕੇ ਲੋਕਤੰਤਰ ਸਹੀ ਰੂਪ ਦੇ ਵਿੱਚ ਲੈ ਕੇ ਆਵੇ ਸਰਕਾਰ। ਇਹ ਉਹ ਤਾੜਾ ਮਾਰਦੇ ਨੇ ਕਿ ਇੱਥੇ ਲੋਕਤੰਤਰ ਆ, ਡੈਮੋਕ੍ਰੇਸੀ ਦਾ ਰਾਜ ਆ। ਇਹਨਾਂ ਨੇ ਜੋਗਤੰਤਰ ਤੇ ਗੁੰਡਾ ਤੰਤਰ ਬਣਾਇਆ ਹੋਇਆ। ਯੋਗਤੰਤਰ ਦੀ ਗੱਲ ਕਰੀਏ, ਲੋਕਤੰਤਰ ਦੀ ਗੱਲ ਕਰੀਏ, ਪਰ ਸਰਕਾਰਾਂ ਕਹਿੰਦੀਆਂ ਨੇ ਅਸੀਂ ਵੀ ਕਿਸਾਨ ਹਿਤੈਸ਼ੀਆਂ। ਜੇਕਰ ਸੁਖਬੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਹੁੰਦੀ ਆ ਤਾਂ ਉਹ ਵੀ ਕਹਿੰਦਾ ਮੈਂ ਕਿਸਾਨ ਹਿਤੈਸ਼ੀਆਂ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾਗਾ ਹੱਥ ਦੇ ਵਿੱਚ ਬੱਲੀਆਂ ਫੜੀ ਹਰਸਿਮਰਤ ਕੌਰ ਬਾਦਲ ਖੜੀ ਹੈਗੀ ਪਾਰਲੀਮੈਂਟ ਦੇ ਬਾਹਰ, ਤੇ ਪਿਛਲੇ ਦਿਨੀ ਉਹਨਾਂ ਨੇ ਇੱਕ ਕੂਚ ਕਰਿਆ ਸੀ ਪਾਰਲੀਮੈਂਟ ਵੱਲ ਨੂੰ। ਉਸ ਤੋਂ ਬਾਅਦ ਨਵਜੋਤ ਸਿੱਧੂ ਨਾਲ ਗੱਲ ਹੁੰਦੀ ਆ ਤਾਂ ਨਵਜੋਤ ਸਿੱਧੂ ਕਹਿੰਦਾ ਕਿ ਜਿਹੜੇ ਯੂਪੀ ਦੇ ਵਿੱਚ ਘਟਨਾ ਵਾਪਰੀ ਆ ਉਸ ਦਾ ਮੈਨੂੰ ਦੁੱਖ ਆ, ਮੈਂ ਕਿਸਾਨ ਹਿਤੈਸ਼ੀਆਂ, ਮੈਂ ਮੌਨ ਵਰਤ ਤੇ ਬੈਠੂੰਗਾ, ਮੈਂ ਜਿਹੜਾ ਕਿ ਭੁੱਖ ਹੜਤਾਲ ਕਰੂੰਗਾ। ਮੋਦੀ ਦੇ ਗਲਮੇ 'ਚ ਹੱਥ ਪਾਵੇ ਨਵਜੋਤ ਸਿੰਘ ਸਿੱਧੂ। ਦੂਜੀ ਗੱਲ ਹਰਸਿਮਰਤ ਦੀ ਕੀਤੀ ਆ, ਜਿੱਦੇ ਸਾਈਨ ਕੀਤੇ ਸੀ ਉਹਦੇ ਇਹਨਾਂ ਦੀਆਂ ਅੱਖਾਂ ਫੁੱਟੀਆਂ ਸੀ। ਇਹਨਾਂ ਦੀ ਰਲੀ ਮਿਲੀ ਭਗਤ ਕਰਨੀ ਆਇਆ ਇੱਥੇ। ਕਾਂਗਰਸ ਦੀ ਗੱਲ ਕਰ ਲੈਂਦੇ ਆ, 91-92 ਦੇ ਵਿੱਚ WTO ਦੇ ਨਾਲ ਸਮਝੌਤੇ ਕੀਤੇ ਆ। ਨਰਸਿਮਹਾ ਰਾਓ ਦੀ ਸਰਕਾਰ ਸੀ, ਵਿੱਤ ਮੰਤਰੀ ਸੀਗਾ ਡਾਕਟਰ ਮਨਮੋਹਨ ਸਿੰਘ। ਇਹਨਾਂ ਦੇ ਕੰਡੇ ਬੀਜੇ ਹੋਏ ਆ ਜਿਹੜੇ ਲੋਕਾਂ ਨੂੰ ਚੁਗਣੇ ਪੈ ਰਹੇ ਨੇ। ਸਿੱਧੇ ਹੋ ਕੇ ਜੇ ਕਿਸਾਨ ਹਿਤੈਸ਼ੀ ਕਹਾਉਣਾ ਨਾ, ਮੋਦੀ ਦੇ ਗਲ 'ਚ ਹੱਥ ਪਾਉਣ।
ਡਰਾਮੇ ਨਾ ਕਰਨ। ਕਿਸਾਨਾਂ ਦੀ ਕਚਹਿਰੀ ਦੇ ਵਿੱਚ ਆਮ ਆਦਮੀ ਪਾਰਟੀ ਵੀ ਆਉਂਦੀ ਆ, ਹੋਰ ਵੀ ਪੋਲੀਟੀਕਲ ਪਾਰਟੀਆਂ ਆਉਂਦੀਆਂ, ਤਾਂ ਉਹ ਕਹਿੰਦੀਆਂ ਨੇ ਅਸੀਂ ਕਿਸਾਨਾਂ ਦੀ ਸਪੋਰਟ ਕਰਾਂਗੀਆਂ, ਕਿਸਾਨਾਂ ਦੇ ਨਾਲ ਖੜਾਂਗੀਆਂ। ਤਾਂ ਆਮ ਆਦਮੀ ਪਾਰਟੀ ਪਿਛਲੇ ਦਿਨੀ ਪ੍ਰੋਟੈਸਟ ਕਰਦੀ ਨਜ਼ਰ ਆਉਂਦੀ ਹੈਗੀ। ਫਿਰ ਉਹਨਾਂ ਨੂੰ ਕੀ ਕਹੀਏ, ਹੁਣ ਯੂਪੀ ਦੇ ਵਿੱਚ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਂਦਾ, ਆਮ ਆਦਮੀ ਪਾਰਟੀ ਨੂੰ, ਨਾ ਹੀ ਕਾਂਗਰਸ ਨੂੰ, ਨਾ ਹੀ ਕਿਸੇ ਨੂੰ ਹੋਰ। ਤਾਂ ਉਹ ਕਹਿੰਦੇ ਕਿ ਅਸੀਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨਾ ਹੈ, ਤਾਂ ਸਾਨੂੰ ਐਂਟਰੀ ਨਹੀਂ ਹੋਣ ਦਿੱਤਾ ਗਿਆ। ਜਦੋਂ ਆਰਡੀਨੈਂਸ ਆਏ ਸੀਗੇ 5 ਜੂਨ ਨੂੰ, ਉਦੋਂ ਇਹਨਾਂ ਆਰਡੀਨੈਂਸਾਂ ਦੀ ਹਮਾਇਤ ਕੇਜਰੀਵਾਲ ਨੇ ਵੀ ਕੀਤੀ ਸੀ। ਜੇ ਕੇਜਰੀਵਾਲ ਦੀ ਗੱਲ ਕਰ ਲਈਏ ਨਾ, ਜਦੋਂ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਤੇ 35A ਤੋੜੀ ਹੈ ਮੋਦੀ ਨੇ, ਉਦੋਂ ਇਹਦੀ ਜ਼ੁਬਾਨ ਚੋਂ ਲਫ਼ਜ਼ ਕਿਉਂ ਨਹੀਂ ਨਿਕਲਿਆ? ਉਦੋਂ ਇਹ ਕੀ ਲੋਕਾਂ ਦੇ ਹਿਤੈਸ਼ੀ ਨਹੀਂ ਸੀ? ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਲੋਕ ਵੋਟ ਪਾਰਟੀਆਂ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਕਿਸਾਨੀ ਸੰਘਰਸ਼ ਦੇ ਨਾਲ ਜੁੜਨਾ ਚਾਹੀਦਾ। ਇਹਨਾਂ ਵੋਟ ਪਾਰਟੀਆਂ ਤੋਂ ਸਾਨੂੰ ਕੋਈ ਝਾਕ ਨਹੀਂ ਹੈਗੀ। ਤਾਂ ਨੌਜਵਾਨੀ ਨੂੰ ਕੀ ਸੁਨੇਹਾ ਦਿਓਗੇ ਜਾਂਦੇ ਜਾਂਦੇ, ਕਿਉਂਕਿ ਤੁਸੀਂ ਨੌਜਵਾਨ ਹੋ, ਨੌਜਵਾਨ ਦੀ ਗੱਲ ਸੁਣਦਾ ਗਾ। ਨੌਜਵਾਨੀ ਨੂੰ ਤਾਂ ਮੇਰੀ ਇਹੀ ਰਿਕੁਐਸਟ ਆ ਕਿ ਉਹ ਇਹਨਾਂ ਵੋਟ ਪਾਰਟੀਆਂ ਦੇ ਪਿੱਛੇ ਨਾ ਜਾਣ। ਇਹਨਾਂ ਵੋਟ ਪਾਰਟੀਆਂ ਦੇ ਪਿੱਛੇ ਸਾਨੂੰ ਪਤਾ ਨਹੀਂ ਕਿੰਨੇ ਲੰਮਾ ਅਰਸਾ ਹੋ ਗਿਆ, ਸਾਨੂੰ ਪਿੱਛੇ ਇਹਨਾਂ ਦੇ ਜੁੱਤੀਆਂ ਤੜਾਉਂਦੇ ਫਿਰਦੇ ਆ, ਪਰ ਸਾਡੀ ਜੂਨ ਉੱਥੇ ਦੀ ਉੱਥੇ ਹੀ ਆ। ਸਾਡੇ ਕਿਸਾਨ ਅੱਜ ਵੀ ਖੁਦਕੁਸ਼ੀਆਂ ਕਰ ਰਹੇ ਨੇ। ਜੇ ਇਹ ਲੋਕਤੰਤਰ ਦੇ ਵਿੱਚ ਲਾਗੂ ਹੋ ਗਏ ਨਾ ਕਾਨੂੰਨ, ਫਿਰ ਸਾਡਾ ਰਹਿਣਾ ਕੁਛ ਨਹੀਂ। ਹੱਦਾਂ ਸਰਹੱਦਾਂ ਉੱਥੇ ਹੀ ਰਹਿਣੀਆਂ, ਘਰ ਸਾਡੇ ਉੱਥੇ ਹੀ ਰਹਿਣੇ ਆ, ਖੇਤ ਸਾਡੇ ਉੱਥੇ ਹੀ ਰਹਿਣੇ ਆ, ਪਰ ਸਾਡੇ ਪੱਲੇ ਕੱਖ ਨਹੀਂ ਰਹਿਣਾ। ਇਸ ਕਰਕੇ ਮੇਰੀ ਨੌਜਵਾਨਾਂ ਨੂੰ ਇਹ ਹੰਬਲ ਰਿਕਵੈਸਟ ਆ ਕਿ ਖੇਤਾਂ ਨੂੰ ਬਚਾ ਲਈਏ, ਵੋਟ ਪਾਰਟੀਆਂ ਨੇ ਸਾਨੂੰ ਕੁਛ ਨਹੀਂ ਦੇਣਾ। ਬਹੁਤ ਧੰਨਵਾਦ। ਇਸ ਵਕਤ ਅਸੀਂ ਅਮਨ ਧੂਰਕੋਟ ਦੇ ਨਾਲ ਗੱਲਬਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਗਾ ਕਿ ਨੌਜਵਾਨੀ ਨੂੰ ਖਾਸ ਕਰਕੇ ਬੇਨਤੀ ਕੀਤੀ ਹੈ ਕਿ ਨੌਜਵਾਨੀ ਨੂੰ ਕਿਹਾ ਗਿਆ ਕਿ 2022 ਆ ਰਿਹਾ, ਐਵੇਂ ਨਾ ਪਿੰਡਾਂ ਦੇ ਵਿੱਚ ਇੱਕ ਦੂਜੀ ਪਾਰਟੀ ਦੇ ਪਿੱਛੇ ਲੱਗ ਕੇ ਲੜ ਮਰੀ ਜਾਇਓ। ਇਹ ਜੇਕਰ ਕਾਨੂੰਨਾਂ ਨੂੰ ਵਾਪਸ ਕਰਾਉਣਾ ਤਾਂ ਦਿੱਲੀ ਵੱਲ ਕੂਚ ਕਰਨਾ ਪਊਗਾ ਨੌਜਵਾਨੀ ਨੂੰ। ਤਾਂ ਜੁੜੇ ਰਹੋ KTV ਦੇ ਨਾਲ, ਮੇਰੇ ਸਹਿਯੋਗੀ ਸਾਥੀ ਅਲਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।